ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਅਮਾਵਸ ਦੇ ਦਿਹਾੜੇ ਤੇ ਸੁਭਾਈਮਾਨ ਹੋਏ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਵਡਭਾਗੇ ਹੋ ਜੋ ਕਿ ਗੁਰੂ ਦੇ ਦਰਬਾਰ ਦੀ ਹਾਜ਼ਰੀ ਭਰਨ ਦਾ ਆਪ ਜੀ ਨੂੰ ਸਮਾਂ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵਹਿ ਭਾਗਹੀਣ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਦਾ ਸਦਕਾ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ ਔਰ ਆਪ ਵਡਭਾਗੇ ਹੋ ਜੋ ਕਿ ਆਪ ਜੀ ਨੂੰ ਸੰਗਤ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ, ਜਿਤਨੀ ਕੁ ਪਰਮੇਸ਼ਰ ਨੇ ਸਮੱਤ ਬਖਸ਼ੀ ਹੈ ਉਸ ਦੇ ਅਨੁਸਾਰ ਆਪ ਜੀ ਦੇ ਸਮਕਸ਼ ਕੁਝ ਗੁਰਬਾਣੀ ਵਿਚਾਰ ਰੱਖ ਸਕਾਂ। ਆਓ ਸਭ ਤੋਂ ਪਹਿਲਾਂ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਗੁਰੂ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸੰਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਦੇਵਾਂ, ਜਿਨ੍ਹਾਂ ਸੰਤਾਂ ਨੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਮੱਥਾ ਟੇਕ ਲਿਆ ਏ, ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੀਵਾਨ ਘਰ ਵਿੱਚ ਪਹੁੰਚ ਕੇ ਗੁਰੂ ਜਸ ਗੁਰਬਾਣੀ ਵਿਚਾਰ ਇਤਿਹਾਸਕ ਵਿਚਾਰਾਂ ਨੂੰ ਸਰਵਣ ਕਰਕੇ ਜੀਵਨ ਵਿੱਚ ਲਾਹਾ ਲਓ ਜੀ। ਦਸ਼ਮੇਸ਼ ਖਾਲਸਾ ਦਲ ਵਾਲੇ ਸੇਵਾਦਾਰਾਂ ਵੱਲੋਂ ਬੇਨਤੀ ਹੈ ਕਿ ਸੰਗਤਾਂ ਆਪਣੇ ਜੋੜੇ ਜੋੜਾ ਘਰ ਵਿਖੇ ਜਮ੍ਹਾਂ ਕਰਵਾਓ। ਇਹਨਾਂ ਵਿਚਾਰਾਂ ਨੂੰ ਆਪ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਬੇਨਤੀ ਨੂੰ ਆਪਣੇ ਜੋੜੇ ਜੋੜਾ ਘਰ ਵਿਖੇ ਜਮ੍ਹਾਂ ਕਰਵਾਓ ਜੀ। ਆਓ ਵਿਚਾਰ ਨੂੰ ਪ੍ਰਾਰੰਭ ਕਰਦੇ ਹਾਂ। ਦਾਸ ਨੇ ਆਪਣੇ ਸਮੇਂ ਦੇ ਵਿੱਚ ਰਹਿ ਕੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਿੰਨਾਂ ਦੀ ਬਾਣੀ ਸੋਰਠ ਰਾਗ ਦੇ ਵਿੱਚ ਜੋ ਇੱਕ ਸ਼ਬਦ ਦੀ ਵਿਚਾਰ ਆਪ ਜੀ ਦੇ ਸਮਕਸ਼ ਰੱਖਣ ਦਾ ਦਾਸ ਯਤਨ ਕਰੇਗਾ। ਜਿਸ ਸ਼ਬਦ ਦੀ ਵਿਚਾਰ ਦੁਆਰਾ ਪਾਤਸ਼ਾਹ ਜੀ ਸਾਨੂੰ ਜਿਸ ਸ਼ਬਦ ਦੇ ਰਾਹੀਂ ਇਹ ਗੱਲ ਸਮਝਾਉਂਦੇ ਨੇ, ਇਹ ਇਨਸਾਨ ਉਹ ਪਰਮੇਸ਼ਰ ਕਿੰਨਾ ਕੁ ਵੱਡਾ ਹੈ,
ਕਿੰਨਾ ਕੁ ਬੇਅੰਤ ਹੈ, ਕਿੰਨਾ ਤਾਕਤਾਂ ਦਾ ਮਾਲਕ ਹੈ। ਉਸ ਪਰਮੇਸ਼ਰ ਦੀ ਵਡਿਆਈ ਕਰਦਿਆਂ ਹੋਇਆਂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਅਥਾਹ ਤਾਕਤਾਂ ਦਾ ਮਾਲਕ ਹੈ, ਬਹੁਤ ਵੱਡਾ ਹੈ, ਬਹੁਤ ਬੇਅੰਤ ਹੈ। ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਔਰ ਇਸ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਉ ਨਾਮ ਭਰਿਓ ਰਾਮਦਾਸ। ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਬੜਾ ਅਥਾਹ ਹੈ, ਵੱਡਾ ਹੈ, ਬੇਅੰਤ ਹੈ। ਪਰ ਮੈਂ ਉਹਦੀ ਆਰਾਧਨਾ ਕਿਸ ਤਰ੍ਹਾਂ ਕਰਾਂ, ਉਹਦਾ ਸਿਮਰਨ ਕਿਸ ਤਰ੍ਹਾਂ ਕਰਾਂ, ਮੈਨੂੰ ਨਹੀਂ ਆਉਂਦਾ। ਪਰਮੇਸ਼ਰ ਦਾ ਸਿਮਰਨ ਕਰਨਾ ਮੈਨੂੰ ਨਹੀਂ ਆਉਂਦਾ। ਹਰ ਆਰਾਧਨਾ ਜਾਨਾ ਰੇ, ਪਰ ਪਾਤਸ਼ਾਹ ਜੀ ਕਹਿੰਦੇ ਜਿੰਨਾ ਕਿ ਮੈਨੂੰ ਆਉਂਦਾ ਹੈ ਮੈਂ ਹਰੀ ਹਰੀ ਗੁਰੂ ਗੁਰੂ ਜਪੀ ਜਾਂਦਾ ਹਾਂ, ਬਹੁਤਾ ਕੁਝ ਮੈਨੂੰ ਨਹੀਂ ਆਉਂਦਾ। ਇੱਥੇ ਇੱਕ ਗੱਲ ਸਮਝ ਲਈਏ, ਐਸਾ ਨਹੀਂ ਕਿ ਪੰਚਮ ਪਾਤਸ਼ਾਹ ਜੀ ਨੂੰ ਉਸ ਪਰਮੇਸ਼ਰ ਨੂੰ ਜਪਣਾ ਨਹੀਂ ਆਉਂਦਾ, ਨਹੀਂ, ਉਹ ਤੇ ਆਪ ਰੱਬ ਹੈ, ਆਪ ਨਰੈਣ ਕਲਾ ਧਾਰ ਜਗ ਮੇ ਪਰਵਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਪੜ੍ਹ ਕੇ ਵਿਚਾਰਨ ਦਾ ਯਤਨ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਾਵੇਂ ਭੱਟ ਸਾਹਿਬਾਨਾਂ ਦੀ ਜਾਂ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਭਗਤ ਸਾਹਿਬਾਨਾਂ ਦੀ ਬਾਣੀ ਹੈ, ਆਪਣੇ ਆਪ ਨੂੰ ਸੰਬੋਧਿਤ ਕਰਕੇ ਸਮੁੱਚੀ ਮਨੁੱਖਤਾ ਨੂੰ ਗਿਆਨ ਦੇਣ ਦਾ ਯਤਨ ਪਾਤਸ਼ਾਹ ਜੀ ਕਰਦੇ ਹਨ, ਪਰ ਗੱਲ ਆਪਣੇ ਤੇ ਟਿਕਾਉਂਦੇ ਆ। ਜੇਕਰ ਬਾਣੀ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਡੀ ਔਰ ਸਭ ਤੋਂ ਜ਼ਿਆਦੀ ਜਿਹੜੀ ਬਾਣੀ ਹੈ, ਬਹੁਤੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਰਿਆਂ ਗੁਰੂਆਂ ਤੋਂ ਵੱਧ ਹੈ। ਔਰ ਇਤਿਹਾਸ ਤੋਂ ਆਪ ਭਲੀ ਭਾਂਤ ਜਾਣੂ ਹੋ ਕਿ ਗੁਰੂ ਅਰਜਨ ਦੇਵ ਜੀ ਨੇ ਹੀ ਸਾਡੇ ਤੇ ਮਿਹਰਮਤ ਕਰਕੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਕੇ ਬਾਣੀ ਇਕੱਤਰ ਕਰਕੇ ਦਿੱਤੀ ਹੈ, ਇਹ ਪੰਚਮ ਪਾਤਸ਼ਾਹ ਜੀ ਦੀ ਵਡਿਆਈ ਹੈ, ਉਹਨਾਂ ਦੀ ਦੇਣ ਹੈ। ਪਰ ਪਾਤਸ਼ਾਹ ਜੀ ਜਦੋਂ ਸਮੁੱਚੀ ਮਨੁੱਖਤਾ ਨੂੰ ਗਿਆਨ ਬਖਸ਼ਦੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਕਿੰਨਾ ਵੱਡਾ ਬੇਅੰਤ ਹੈ, ਅਥਾਹ ਤਾਕਤਾਂ ਦਾ ਮਾਲਕ ਹੈ, ਪਰ ਮੈਂ ਉਹਦਾ ਸਿਮਰਨ ਕਿਸ ਤਰ੍ਹਾਂ ਕਰਾਂ, ਮੈਨੂੰ ਨਹੀਂ ਆਉਂਦਾ। ਪਰ ਫਿਰ ਵੀ ਮੈਂ ਹਰ ਹਰ ਗੁਰ ਗੁਰ ਕਰਤਾ ਰੇ, ਜਿੰਨਾ ਕੁ ਹੁੰਦਾ ਹੈ ਹਰੀ 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 ਗੁਰੂ ਗੁਰੂ ਕਰੀ ਜਾਨਾ। ਔਰ ਇਹ ਹਰੀ ਹਰੀ ਗੁਰੂ ਗੁਰੂ ਕਰਨ ਦੇ ਨਾਲ, ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਹਰ ਜੀਉ ਨਾਮ ਭਰਿਓ ਰਾਮਦਾਸ। ਕਹਿੰਦੇ ਦੁਨੀਆ ਦੇ ਲੋਕ ਸਤਿਕਾਰ ਵਜੋਂ ਮੈਨੂੰ ਪਰਮੇਸ਼ਰ ਦਾ ਦਾਸ ਕਹਿਣ ਲੱਗ ਪਏ ਨੇ, ਤੇ ਪਾਤਸ਼ਾਹ ਜੀ ਜੇਕਰ ਮੈਨੂੰ ਇਹ ਤੁਹਾਡਾ ਦਾਸ ਕਹਿਣ ਲੱਗ ਪਏ ਨੇ ਤੇ ਸਾਡੀ ਲਾਜ ਵੀ ਤੁਸੀਂ ਰੱਖਣੀ ਹੈ। ਹੁਣ ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ ਪੰਚਮ ਪਾਤਸ਼ਾਹ ਜੀ ਉਸ ਪਰਮੇਸ਼ਰ ਦੀ ਵਡਿਆਈ ਦੇ ਵਿੱਚ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕਿੱਡਾ ਕੁ ਵੱਡਾ ਦਾਤਾ ਹੈ, ਕਿੰਨੀਆਂ ਤਾਕਤਾਂ ਦਾ ਮਾਲਕ ਹੈ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਉਹ ਪਰਮੇਸ਼ਰ। ਕਿਸੇ ਇੱਕ ਨਗਰ ਦਾ ਪ੍ਰਧਾਨ ਹੋਵੇ ਨਾ, ਉਹ ਵੀ ਕਹਿੰਦਾ ਮੈਂ ਇਸ ਨਗਰ ਦਾ ਪ੍ਰਧਾਨ ਹੈ, ਮੇਰੇ ਕੋਲ ਬੜੀ ਵੱਡੀ ਪਾਵਰ ਹੈ। ਇੱਕ ਵਿਧਾਇਕ ਕੋ ਕਹਿੰਦਾ ਮੇਰੇ ਕੋਲ ਬੜੀ ਵੱਡੀ ਪਾਵਰ ਹੈ, ਐਮਪੀ ਕਹਿੰਦਾ ਮੇਰੇ ਕੋਲ ਬਹੁਤ ਵੱਡੀ ਪਾਵਰ ਹੈ, ਸੀਐਮ ਕਹਿੰਦਾ ਮੈਂ ਇੱਕ ਸੂਬੇ ਦਾ ਸੀਐਮ ਹਾਂ, ਮੁੱਖ ਮੰਤਰੀ ਹਾਂ। ਤੇ ਜਿਹੜਾ ਪ੍ਰਧਾਨ ਮੰਤਰੀ ਉਹ ਕਹਿੰਦਾ ਮੇਰੇ ਸਾਹਮਣੇ ਤੇ ਕੋਈ ਚੀਜ਼ ਹੀ ਨਹੀਂ ਦੁਨੀਆ, ਮਰਜ਼ੀ ਮੇਰੀ ਹੈ। ਅਜੋਕੇ ਹਾਲਾਤਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਸਾਡਾ ਪ੍ਰਧਾਨ ਮੰਤਰੀ ਵੀ ਇਹੀ ਕਹਿੰਦਾ ਕਿ ਜੋ ਮੈਂ ਕਰਨਾ ਆਪਣੀ ਮਰਜ਼ੀ ਦਾ ਮਾਲਕ ਹੈ, ਕੌਣ ਰੋਕਣ ਵਾਲਾ। ਬੇਸ਼ੱਕ ਪ੍ਰਜਾ ਨੂੰ ਕੋਈ ਚੰਗਾ ਲੱਗੇ ਜਾਂ ਨਾ ਲੱਗੇ, ਪ੍ਰਜਾ ਸੁਖੀ ਹੈ ਚਾਹੇ ਦੁਖੀ ਹੈ, ਰਾਜਾ ਮੈਂ ਹਾਂ, ਮਾਲਕ ਮੈਂ ਹਾਂ ਦੇਸ਼ ਦਾ, ਜੋ ਮੈਂ ਕਰਨਾ ਮੈਂ ਉਹੀ ਕਰਦਾ। ਬਜਿੱਦ ਹੈ, ਆਪਣੀ ਜਿੱਦ ਤੇ ਟਿਕਿਆ ਹੋਵੇ। ਔਰ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਨਾ ਕਿਸੇ ਇੱਕ ਸੂਬੇ ਦਾ, ਨਾ ਕਿਸੇ ਇੱਕ ਦੇਸ਼ ਦਾ, ਨਾ ਇੱਕ ਧਰਤੀ ਦਾ, ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ ਹੈ।
ਕਿੰਨੀ ਕੁ ਵੱਡੀ ਪਾਵਰ ਹੈ, ਕਿੰਨੀ ਵੱਡੀ ਸ਼ਕਤੀ ਦਾ ਮਾਲਕ ਹੈ ਰੱਬ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਅਸੀਂ ਤੇ ਇੱਕ ਬ੍ਰਹਿਮੰਡ ਦੀ ਗੱਲ ਕਰਦੇ ਨਾ, ਇੱਕ ਧਰਤੀ ਦੀ ਗੱਲ ਕਰਦੇ ਹਾਂ। ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਜੀ ਕਹਿੰਦੇ ਨੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਕਿੰਨੇ ਕੁ ਪਾਤਾਲ ਤੇ ਕਿੰਨੇ ਕੁ ਆਗਾਸ ਨੇ। ਸਾਰਿਆਂ ਦਾ ਮਾਲਕ ਕੇਵਲ ਪਰਮੇਸ਼ਰ ਆਪ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ। ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ ਤੇ ਸਰਬ ਜੀਆਂ ਕਾ ਦਾਤਾਰੇ। ਸਾਰੇ ਜੀਵਾਂ ਨੂੰ ਦਾਤਾਂ ਦੇ ਕੇ ਨਿਵਾਜਣ ਵਾਲਾ ਉਹ ਪਰਮੇਸ਼ਰ ਹੈ। ਔਰ ਜਦੋਂ ਦਾਤਾਂ ਦਿੰਦਾ ਫਿਰ ਉਹ ਥੱਕਦਾ ਨਹੀਂ। ਪਹਿਲੀ ਗੱਲ, ਉਹ ਦਾਤਾਂ ਦੇਣ ਲੱਗਾ ਥੱਕਦਾ ਨਹੀਂ। ਦੂਜੀ ਗੱਲ, ਉਹਦੇ ਘਰ ਦੇ ਵਿੱਚ ਘਾਟਾ ਨਹੀਂ ਹੈ। ਐਸਾ ਤੇ ਬਿਲਕੁਲ ਨਹੀਂ ਹੈ ਕਿ ਉਹ ਪਰਮੇਸ਼ਰ ਦਾਤਾ ਵੰਡਦਾ ਤੇ ਉਹਦੇ ਘਰ ਵਿੱਚ ਘਾਟਾ ਪੈ ਜਾਵੇ, ਜਾਂ ਕਹਿ ਦਵੇ ਕਿ ਸਾਡਾ ਖਜ਼ਾਨਾ ਖਤਮ ਹੋ ਗਿਆ। ਸਰਕਾਰਾਂ ਹੱਥ ਖੜੇ ਕਰ ਜਾਂਦੀਆਂ ਨੇ। ਸਰਕਾਰਾਂ ਦੀ ਪਾਵਰ ਅਸੀਂ ਬਹੁਤ ਵੱਡੀ ਸਮਝਦੇ ਹਾਂ, ਪਰ ਕਿਸੇ ਸਮੇਂ ਤੇ ਆ ਕੇ ਸਰਕਾਰਾਂ ਹੱਥ ਖੜੀਆਂ ਕਰਕੇ ਕਹਿ ਦਿੰਦੀਆਂ ਨੇ ਕਿ ਸਰਕਾਰ ਦਾ ਖਜ਼ਾਨਾ ਖਾਲੀ ਜੇ। ਜਨਤਾ ਨੂੰ ਕਹਿ ਦਿੰਦੇ ਸਾਡੇ ਪੱਲੇ ਕੁਝ ਨਹੀਂ, ਖਜ਼ਾਨਾ ਖਾਲੀ ਹੈ, ਦਈਏ ਕੀ ਵੰਡੀਏ ਕੀ। ਪਰ ਉਹ ਪਰਮੇਸ਼ਰ ਦੀ ਵਡਿਆਈ ਕਰਦਿਆਂ ਹੋਇਆਂ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਕੇਵਲ ਮਨੁੱਖਤਾ ਦੀ ਗੱਲ ਨਹੀਂ ਕੀਤੀ, ਕੇਵਲ ਇਨਸਾਨਾਂ ਦੀ ਗੱਲ ਨਹੀਂ ਕੀਤੀ। 84 ਲੱਖ ਜੂਨ ਧਰਤੀ ਦੇ ਉੱਤੇ ਹੈ, ਜਿਨ੍ਹਾਂ ਦੇ ਵਿੱਚੋਂ 42 ਲੱਖ ਜੀ ਜਲ ਮੇ ਹੋਤੇ, 42 ਲੱਖ ਜੀ ਜਿਹੜੇ ਪਾਣੀ ਵਿੱਚ ਤੇ 42 ਲੱਖ ਬਾਹਰ। ਹਰ ਜੀ ਦਾ ਪੇਟ ਭਰਨ ਵਾਲਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਉਹ ਦਾਤਾ ਹੈ ਪਰਮੇਸ਼ਰ। ਔਰ ਹਰ ਜੀਵ ਦਾ ਪੇਟ ਭਰਦਾ। ਇੱਥੋਂ ਤੱਕ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਤੇ ਭਗਤ ਧੰਨਾ ਜੀ ਕਹਿੰਦੇ ਨੇ ਇੱਕ ਪੱਥਰ ਦੇ ਵਿੱਚ ਕੀੜਾ ਹੈ। ਪੱਥਰ ਦਾ ਆਕਾਰ ਬਿਲਕੁਲ ਗੋਲ ਹੈ, ਉਹਦੇ ਵਿੱਚ ਇੱਕ ਕੀੜਾ ਵੱਸਦਾ ਹੈ। ਬਾਹਰ ਕਿਤੇ ਸੁਰਾਖ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਆਖਿਰ ਉਹ ਕੀੜਾ ਵੀ ਤੇ ਜਿੰਦਾ ਹੈ, ਉਹ ਵੀ ਆਪਣਾ ਪੇਟ ਭਰਦਾ ਹੈ, ਉਹ ਰਸਤਾ ਬੰਦ ਹੈ। ਉਸ ਕੀੜੇ ਤੱਕ ਪਹੁੰਚਣ ਵਾਸਤੇ ਕੋਈ ਸੁਰਾਖ ਨਹੀਂ ਪੱਥਰ ਵਿੱਚ, ਪਰ ਪੱਥਰ ਵਿੱਚ ਬੈਠੇ ਹੋਏ ਕੀੜੇ ਦਾ ਵੀ ਪੇਟ ਮੇਰਾ ਦਾਤਾ ਭਰਨ ਵਾਲਾ ਹੈ। ਇੰਨਾ ਵੱਡਾ ਦਾਤਾ ਹੈ। ਔਰ ਕਈ ਵਾਰ ਇਨਸਾਨ ਅਸੀਂ ਉਸ ਪਰਮੇਸ਼ਰ ਦੇ ਉੱਤੇ ਫਿਰ ਵੀ ਵਿਸ਼ਵਾਸ ਨਾ ਕਰਕੇ ਇਸ ਦੁਨੀਆ ਦੀ ਆਸ ਤੱਕਦੇ ਹਾਂ, ਦੁਨੀਆਦਾਰਾਂ ਦੀ ਆਸ ਤੱਕਦੇ ਹਾਂ, ਅਹੁਦੇਦਾਰਾਂ ਦੀ ਆਸ ਤੱਕ ਕੇ ਅਸੀਂ ਕਹਿੰਦੇ ਸਾਡੀ ਇੱਥੋਂ ਆਸ ਦੀ ਮੁਰਾਦ ਪੂਰੀ ਹੋ ਜਾਏਗੀ। ਔਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਇਨਸਾਨ ਮਨੁੱਖ ਦੀ ਆਸ ਨਾ ਤੱਕੇ। ਮਨੁੱਖ ਤੇਰਾ ਕੰਮ ਸਵਾਰ ਦੇਗਾ, ਤੈਨੂੰ ਕੁਝ ਆਪਣੇ ਵੱਲੋਂ ਦੇ ਦੇਗਾ, ਤੂੰ ਮੰਗਣ ਜਾਏਗਾ। ਪਰ ਇੱਕ ਗੱਲ ਯਾਦ ਰੱਖੀ, ਤੇਰਾ ਕੰਮ ਚਲਾਉਣ ਤੋਂ ਬਾਅਦ ਇੱਕ ਵਾਰ ਤੈਨੂੰ ਕੁਝ ਦੇ ਦਿੱਤਾ, ਤੈਨੂੰ ਵਾਰ-ਵਾਰ ਯਾਦ ਕਰਾਏਗਾ ਭਲਿਆ ਤੇਰਾ ਕੰਮ ਚਲਾਇਆ ਸੀ, ਮੈਂ ਫਲਾਣੇ ਸਮੇਂ ਤੇ ਫਲਾਣੀ ਚੀਜ਼ ਤੈਨੂੰ ਦੇ ਕੇ ਤੇਰਾ ਕੰਮ ਕੱਢਿਆ ਸੀ। ਉਹ ਦਾਤਾ ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਪਾਲਣ ਵਾਲਾ ਹੈ, ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ। ਪਹਿਲੀ ਗੱਲ, ਉਹਦੇ ਘਰ ਦੇ ਵਿੱਚ ਘਾਟਾ ਨਹੀਂ ਜੇ ਪੈਂਦਾ, ਉਹਦਾ ਖਜ਼ਾਨਾ ਕਦੀ ਖਾਲੀ ਨਹੀਂ ਜੇ ਹੁੰਦਾ। ਔਰ ਜੋ ਕੋਈ ਮੰਗਦਾ ਹੈ ਉਹਦੀਆਂ ਝੋਲੀਆਂ ਭਰਦਾ। ਇੱਥੋਂ ਤੱਕ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਹੇ। ਦੇਣ ਵਾਲਾ ਦਾਤਾ ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਜਦੋਂ ਦੇ ਜੀਵ ਇਸ ਦੁਨੀਆ ਤੇ ਆਏ ਨੇ, ਸਾਰੇ ਜੀਆਂ ਦੀਆਂ ਝੋਲੀਆਂ ਭਰਦਾ ਹੈ। ਕਦੀ ਦਾਤੇ ਦੇ ਘਰ ਦੇ ਵਿੱਚ ਟੋਟ ਆਈ ਹੈ, ਕਦੀ ਦਾਤੇ ਦਾ ਖਜ਼ਾਨਾ ਖਾਲੀ ਹੋਇਆ ਹੈ? ਬਿਲਕੁਲ ਵੀ ਨਹੀਂ ਹੋਇਆ। ਲੱਖਾਂ ਦੀ ਤਾਦਾਦ ਦੇ ਵਿੱਚ ਹਰ ਧਰਮ ਦਾ ਇਨਸਾਨ ਆਪਣੇ ਆਪਣੇ ਧਰਮ ਸਥਾਨ ਤੇ ਜਾ ਕੇ ਉਸ ਪਰਮੇਸ਼ਰ ਦੇ ਅੱਗੇ ਆਪਣੇ ਆਪਣੇ ਧਰਮ ਦੇ ਅਨੁਸਾਰ ਕੋਈ ਉਹਨੂੰ ਰਾਮ ਕਹਿ ਕੇ ਪੁਕਾਰ ਰਿਹਾ, ਕੋਈ ਵੈਗਰੂ ਕਹਿ ਕੇ ਪੁਕਾਰ ਰਿਹਾ, ਕੋਈ ਅੱਲਾ ਕਹਿ ਕੇ ਪੁਕਾਰ ਰਿਹਾ ਹੈ। ਪਰ ਦਾਤਾ ਤੇ ਇੱਕ ਹੈ ਨਾ।
ਅਸੀਂ ਆਪਣੇ ਆਪਣੇ ਧਰਮ ਦੇ ਅਨੁਸਾਰ ਅੱਡ ਅੱਡ ਨਾਵਾਂ ਦੇ ਨਾਲ ਪੁਕਾਰ ਕੇ ਸਮੁੱਚੀ ਕਾਇਨਾਤ ਸਾਰੀ ਦੁਨੀਆ ਝੋਲੀਆਂ ਅੱਡ ਕੇ ਉਸ ਦਾਤੇ ਦੇ ਅੱਗੇ ਖੜੀ ਹੈ ਤੇ ਸਾਰਿਆਂ ਦੀਆਂ ਝੋਲੀਆਂ ਮੇਰਾ ਦਾਤਾ ਭਰਦਾ ਏ। ਪਰ ਉਸ ਦਾਤੇ ਦੇ ਘਰ ਵਿੱਚ ਕਦੀ ਵੀ ਘਾਟਾ ਨਹੀਂ, ਉਹਦੇ ਘਰ ਦੇ ਵਿੱਚ ਉਹਦਾ ਖਜ਼ਾਨਾ ਕਦੀ ਵੀ ਖਾਲੀ ਨਹੀਂ ਹੁੰਦਾ। ਲੈਣ ਵਾਲਾ ਥੱਕ ਜਾਂਦਾ ਏ, ਦੇਣ ਵਾਲਾ ਦਾਤਾ ਨਹੀਂ ਜੀ ਥੱਕਦਾ। और पातशाह जी कहते कोट ब्रह्मांड को ठाकुर स्वामी सर्ब जियां का दाता रे प्रतिपाला नितसार संभाले एक गुण नहीं मूर्ख जाता रे। इंसान कितना मूर्ख है जिहड़ा दाता सानू प्रतिपालदा पिया है, साडी संभाल करदा पिया है, उहदे गुणां नूं असीं भुल गए आ। जिहड़ा साडीआं झोलियां भरदा, असीं थां थां ते भटकदे फिरदे आ। उस परमेश्वर का दार छड्ड के दर दर दियां ठुकरां खांदे फिरदे आ। सानू उस दाते ते फिर भी विश्वास नहीं। और अगे पातशाह जी कहते दीन दयाल कृपाल सुख सागर सर्ब घटा भरपूरी रे। दीनां ने उत्ते दयालता करन वाले, गरीबां नूं पालण वाले, पातशाह जी निमाणियां नूं मान देण वाले। जिहड़ा कहंदा ना मैं गरीब आ मेरे पल्ले कुछ भी नहीं है, ਉਹਦੀਆਂ ਵੀ ਝੋਲੀਆਂ ਪਾਤਸ਼ਾਹ ਜੀ ਰਹਿਮਤਾਂ ਦੇ ਨਾਲ ਭਰ ਦਿੰਦੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੇ ਬਹੁਤ ਵੱਡਾ ਸਾਡੇ ਤੇ ਕਿਰਪਾ ਕੀਤੀ ਹੈ, ਸਾਡੀ ਝੋਲੀ ਦੇ ਵਿੱਚ ਖੰਡੇ ਤੇ ਬਾਟੇ ਦੀ ਦਾਤ ਪਾਈ ਹੈ। ਕੱਲ ਵਿਸਾਖੀ ਦਾ ਦਿਹਾੜਾ ਹੈ, ਸਮੁੱਚੇ ਸੰਸਾਰ ਦੇ ਵਿੱਚ ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਖਾਲਸਾ ਪੰਥ ਦਾ ਸਿਰਜਣਾ ਦਿਵਸ। ਔਰ ਦਸ਼ਮੇਸ਼ ਪਾਤਸ਼ਾਹ ਜੀ ਏਡਾ ਵੱਡਾ ਦਾਨੀ ਹੈ। ਦੁਨੀਆ ਦੇ ਦਾਤਿਆਂ ਦੇ ਵਿੱਚ ਗੱਲ ਕਰੀਏ, ਦੁਨੀਆ ਦੇ ਵਿੱਚ ਵੱਡੇ ਵੱਡੇ ਦਾਨੀ ਹੋਏ ਨੇ। ਕਿਸੇ ਨੇ ਧਨ ਦਾਨ ਕੀਤਾ, ਕਿਸੇ ਨੇ ਜਗੀਰਾਂ ਦਾਨ ਕੀਤੀਆਂ, ਬਹੁਤ ਕੁਝ ਦਾਨ ਕਰਨ ਵਾਲੇ ਹੋਏ ਨੇ। ਔਰ ਦੁਨੀਆ ਦੇ ਵਿੱਚ ਜਦੋਂ ਅਸੀਂ ਧਿਆਨ ਮਾਰ ਕੇ ਦੇਖਦੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਾ ਦਾਤਾ ਨਹੀਂ, ਜਿਨ੍ਹਾਂ ਨੇ ਧਨ ਦੌਲਤ ਤੇ ਇੱਕ ਪਾਸੇ, ਉਹਨਾਂ ਨੇ ਆਪਣਾ ਸਰਬੰਸ ਦਾਨ ਕਰ ਦਿੱਤਾ ਸਾਡੇ ਵਾਸਤੇ, ਇਸ ਸਿੱਖੀ ਦੇ ਵਾਸਤੇ, ਸਾਡੀ ਆਜ਼ਾਦੀ ਦੇ ਵਾਸਤੇ ਸਾਰਾ ਸਰਬੰਸ ਆਪਣਾ ਲੁਟਾ ਦਿੱਤਾ। ਔਰ ਜੇਕਰ ਉਹਦੇ ਦਰ ਤੇ ਕੋਈ ਝੋਲੀ ਅੱਡ ਕੇ ਗਰੀਬ ਨਿਮਾਣਾ ਬਣ ਕੇ ਜਾਂਦਾ ਹੈ ਤੇ ਪਾਤਸ਼ਾਹ ਦੀ ਝੋਲੀਆਂ ਭਰ ਕੇ ਉਹਨੂੰ ਸਨਮਾਨ ਦੇ ਕੇ ਬੜੇ ਸਤਿਕਾਰ ਦੇ ਨਾਲ ਨਿਵਾਜਦੇ ਨੇ। ਇਹ ਘਟਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਤਾਰ ਰਹੇ ਨੇ। ਔਰ ਇਤਿਹਾਸ ਤੋਂ ਆਪ ਜਾਣੂ ਹੋਏ ਪਾਤਸ਼ਾਹ ਜੀ ਕਵੀਆਂ ਦਾ ਬੜਾ ਸਨਮਾਨ ਕਰਦੇ ਸਨ, ਕਵੀ ਦਰਬਾਰ ਹੁੰਦੇ ਸਨ। ਔਰ ਇੱਕ ਵਾਰ ਕੋਈ ਇੱਕ ਗਰੀਬ ਜਿਹਾ ਨਿਮਾਣਾ ਜਿਹਾ ਕਵੀ ਗੁਰੂ ਦੇ ਦਰਬਾਰ ਵਿੱਚ ਪਹੁੰਚਿਆ, ਜਿਹਦਾ ਨਾਮ ਇਤਿਹਾਸ ਵਿੱਚ ਭਾਈ ਹੰਸਰਾਮ ਆਇਆ। ਕਹਿਣ ਲੱਗੇ ਉਹ ਕਵੀ ਗਲ ਦੇ ਕੱਪੜੇ ਪਾਟੇ ਸੀ, ਪੋਸ਼ਾਕ ਚੰਗੀ ਨਹੀਂ ਸੀ, ਵੇਖਣ ਨੂੰ ਬੜਾ ਗਰੀਬ ਤੇ ਨਿਮਾਣਾ ਜਿਹਾ ਸੀ। ਉਹਨੇ ਸਿੱਖਾਂ ਨੂੰ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਸਿੱਖੋ, ਮੈਂ ਇੱਕ ਕਵੀ ਹਾਂ ਤੇ ਮੈਂ ਪੁੱਛਣਾ ਚਾਹੁੰਦਾ ਕਿ ਗੁਰੂ ਪਾਤਸ਼ਾਹ ਜੀ ਕਵੀ ਦਰਬਾਰ ਕਿਦੋਂ ਕਰਵਾਉਂਦੇ ਨੇ। ਸਿੱਖਾਂ ਨੇ ਸੋਚਿਆ ਕੱਪੜੇ ਮੈਲੇ ਦੇ ਨੇ, ਪਾਟੀ ਦੀ ਪੋਸ਼ਾਕ ਹੈ, ਆਪਣੇ ਆਪ ਨੂੰ ਕਵੀ ਦੱਸਦਾ। ਕੁਝ ਸਿੱਖ ਆਪਸ ਵਿੱਚ ਹੱਸੇ ਨੇ, ਪਰ ਵਿੱਚੋਂ ਇੱਕ ਸਿੱਖ ਨੇ ਕਿਹਾ, ਭਾਈ ਗੁਰੂ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਔਰ ਕਿਸੇ ਦੇ ਬਾਹਰ ਦੇ ਕੱਪੜਿਆਂ ਨੂੰ ਦੇਖ ਕੇ ਅੰਦਰ ਦੇ ਗੁਣ ਨੂੰ ਅਸੀਂ ਚੈੱਕ ਨਹੀਂ ਕਰ ਸਕਦੇ। ਐਸਾ ਨਹੀਂ ਕਿ ਕਿਸੇ ਦੀ ਸੋਹਣੀ ਪੋਸ਼ਾਕ ਵੇਖ ਕੇ ਅਸੀਂ ਉਹਦੇ ਅੰਦਰ ਗੁਣ ਵੇਖ ਲਈਏ ਕਿ ਗੁਣ ਵੀ ਚੰਗੇ ਹੋਣ। ਕਿਸੇ ਦੀ ਪੋਸ਼ਾਕ ਮਾੜੀ ਹੋਵੇ ਅਸੀਂ ਕਹਿ ਲਈਏ ਨਹੀਂ ਇਹਦਾ ਅੰਦਰ ਵੀ ਮੈਲਾ ਹੋਏਗਾ। ਹੋ ਸਕਦਾ ਇੱਕ ਗਰੀਬ ਜਿਹਾ ਇਨਸਾਨ ਜਿਹਦੇ ਕੋਲ ਕੁਝ ਵੀ ਨਾ ਹੋਵੇ ਤੇ ਗੁਰੂ ਦੀ ਰਹਿਮਤ ਲੈ ਕੇ ਬੈਠਾ ਹੋਵੇ, ਉਹ ਅੰਦਰੋਂ ਭਰਪੂਰ ਹੋਵੇ। ਕਿਸੇ ਸਿੱਖ ਨੇ ਦੱਸਿਆ, ਭਾਈ ਫਲਾਣੇ ਦਿਨ ਰਾਤ ਨੂੰ ਕਵੀ ਦਰਬਾਰ ਹੈ,
ਔਰ ਇਹ ਸਿੱਖ ਜਿਹੜਾ ਸੀ ਗੁਰੂ ਦੇ ਦਰਬਾਰ ਵਿੱਚ ਪਹੁੰਚਿਆ, ਕੱਪੜੇ ਮੈਲੇ ਨੇ, ਗਰੀਬ ਹੈ, ਹੱਥ ਜੋੜ ਕੇ ਪਿੱਛੇ ਖੜਾ ਪਾਤਸ਼ਾਹ ਜੀ ਕਵੀਆਂ ਤੋਂ ਕਵਿਤਾ ਸੁਣ ਰਹੇ ਨੇ। ਔਰ ਮੇਰੀ ਗਰੀਬ ਨਵਾਜ ਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੀ ਨਿਗਾਹ ਪਈ, ਕਹਿਣ ਲੱਗੇ ਭਾਈ ਉੱਠ ਕੇ ਅੱਗੇ ਆਓ, ਕੌਣ ਹੋ ਤੁਸੀਂ, ਕੀ ਨਾਮ ਹੈ ਤੁਹਾਡਾ? ਔਰ ਹੱਥ ਜੋੜ ਕੇ ਖਲੋ ਗਿਆ, ਸਿਰ ਨੀਵਾਂ ਕਰਕੇ ਖਲੋ ਗਿਆ। ਪਾਤਸ਼ਾਹ ਜੀ, ਨਾਮ ਤੇ ਅਮੀਰਾਂ ਦਾ ਹੁੰਦਾ, ਗਰੀਬਾਂ ਦਾ ਕਾਹਦਾ ਨਾਮ ਹੈ? ਗਰੀਬ ਨੂੰ ਤੇ ਕੋਈ ਜੋ ਮਰਜ਼ੀ ਕਹਿ ਕੇ ਪੁਕਾਰ ਦਿੰਦਾ ਏ। ਔਰ ਸੱਚਮੁੱਚ ਇਸੇ ਤਰ੍ਹਾਂ ਗਰੀਬ ਦਾ ਬੱਚਾ ਹੋਵੇ, ਅਸੀਂ ਉਲਟੇ ਨਾਂ ਲੈ ਕੇ ਕਈ ਵਾਰ ਨਾਮ ਵਿਗਾੜ ਕੇ ਪੁਕਾਰਦੇ। ਕਿਸੇ ਅਮੀਰ ਦਾ ਬੱਚਾ ਹੋਵੇ, ਬੜੇ ਸਤਿਕਾਰ ਦੇ ਨਾਲ ਬੇਟਾ ਕਹਿ ਕੇ ਪੁਕਾਰਦੇ। ਪਾਤਸ਼ਾਹ ਜੀ, ਗਰੀਬਾਂ ਦਾ ਕਾਹਦਾ ਨਾਮ ਹੁੰਦਾ? ਔਰ ਦਸ਼ਮੇਸ਼ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਐਸਾ ਨਹੀਂ ਹੈ, ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਕੋਈ ਨਾਂ ਰੱਖਿਆ ਹੋਵੇਗਾ। ਹਾਂ ਪਾਤਸ਼ਾਹ ਜੀ, ਮਾਤਾ ਪਿਤਾ ਨੇ ਨਾਂ ਰੱਖਿਆ ਸੀ, ਮਾਤਾ ਪਿਤਾ ਨੇ ਨਾਂ ਰੱਖਿਆ ਸੀ ਹੰਸ ਰਾਮ। ਪਰ ਕੌਣ ਗਰੀਬ ਨੂੰ ਹੰਸ ਰਾਮ ਕਹਿ ਕੇ ਪੁਕਾਰਦਾ? ਲੋਕ ਹੰਸੂ ਹੰਸੂ ਹੀ ਕਹਿੰਦੇ ਆਏ, ਅੱਜ ਤੱਕ ਕਿਸੇ ਨੇ ਮੈਨੂੰ ਹੰਸ ਰਾਮ ਨਹੀਂ ਕਿਹਾ। ਦਸ਼ਮੇਸ਼ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਕਹਿੰਦੇ, ਕਵੀ ਹੰਸ ਰਾਮ ਜੀ, ਤੁਸੀਂ ਗੁਰੂ ਦਰਬਾਰ ਦੇ ਵਿੱਚ ਆਏ ਹੋ, ਕੋਈ ਕਵਿਤਾ ਸੁਣਾਓ। ਪਹਿਲੀ ਵਾਰ ਇਹਨੇ ਗੁਰੂ ਦੇ ਮੁਖ ਦੇ ਉੱਤੋਂ ਇੰਨੇ ਸਤਿਕਾਰ ਦੇ ਨਾਮ ਸੁਣਿਆ, ਜਿਹੜੇ ਦੁਨੀਆ ਦੇ ਲੋਕ ਇਹਨੂੰ ਹੰਸੂ ਹੰਸੂ ਕਹਿੰਦੇ ਸੀ। ਔਰ ਸੋਚਦਾ, ਇੰਨਾ ਵੱਡਾ ਗੁਰੂ, ਔਰ ਮੈਂ ਨਿਮਾਣਾ ਜਿਹਾ ਸਿੱਖ ਕਵੀ, ਔਰ ਕਿੰਨੇ ਸਤਿਕਾਰ ਦੇ ਨਾਲ ਗੁਰੂ ਮੈਨੂੰ ਨਿਵਾਜ ਰਹੇ ਨੇ, ਕਿੰਨਾ ਸਤਿਕਾਰ ਦੇ ਰਹੇ ਨੇ, ਕਵੀ ਹੰਸ ਰਾਮ ਜੀ ਕਹਿ ਕੇ ਪੁਕਾਰ ਰਹੇ ਨੇ। ਦਸ਼ਮੇਸ਼ ਪਾਤਸ਼ਾਹ ਜੀ ਨੇ ਕਿਹਾ, ਕਵੀ ਹੰਸ ਰਾਮ ਜੀ, ਸੁਣਾਓ ਫਿਰ ਕੋਈ ਕਵਿਤਾ ਸੁਣਾਓ। ਕਹਿੰਦੇ ਨੇ ਕਵਿਤਾ ਸੁਣਾਈ। ਪਾਤਸ਼ਾਹ ਜੀ ਕਹਿੰਦੇ ਹੋਰ ਸੁਣਾਓ। ਕਾਫੀ ਦੇਰ ਤੱਕ ਗੁਰੂ ਸਾਹਿਬ ਜੀ ਇਹਦੇ ਤੋਂ ਕਵਿਤਾ ਸੁਣਦੇ ਰਹੇ ਔਰ ਪ੍ਰਸੰਨ ਹੋ ਗਏ। ਨਿਮਰਤਾ ਲੈ ਕੇ ਗਰੀਬ ਬਣ ਕੇ ਗੁਰੂ ਦੇ ਦਰ ਤੇ ਆਇਆ ਸੀ, ਤੇ ਪਾਤਸ਼ਾਹ ਜੀ ਇੱਥੋਂ ਤੱਕ ਪ੍ਰਸੰਨ ਹੋਏ। ਖਜ਼ਾਨਚੀ ਨੂੰ ਆਵਾਜ਼ ਮਾਰ ਕੇ ਕਹਿੰਦੇ, ਖਜ਼ਾਨੇ ਦੇ ਵਿੱਚ ਕਿੰਨੀ ਕਮਾਇਆ ਹੈ? ਹੁਣ ਇਹ ਸੁਣਦਾ ਹੈ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਤੇ ਕੋਈ 2-4 ਮੋਹਰਾਂ ਦੇ ਜਾਣ ਤੇ ਮੇਰਾ ਪਾਰ ਉਤਾਰਾ ਹੋ ਜਾਣਾ ਹੈ। ਗੁਰੂ ਸਾਹਿਬ ਜੀ ਪੁੱਛਦੇ ਨੇ, ਕਿੰਨੀ ਕਮਾਇਆ? ਖਜ਼ਾਨਚੀ ਨੇ ਦੱਸੀ, ਕਹਿੰਦੇ ਜਿੰਨੀ ਵੀ ਖਜ਼ਾਨੇ ਦੇ ਵਿੱਚ ਮਾਇਆ ਸਾਰੀ ਲੈ ਆਓ, ਇਸ ਕਵੀ ਹੰਸ ਰਾਮ ਨੂੰ ਦੇ ਦਿਓ। ਫਿਰ ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ, ਪਾਤਸ਼ਾਹ ਜੀ, ਮੈਂ ਬਹੁਤੀ ਮਾਇਆ ਨੂੰ ਕੀ ਕਰਨਾ, ਮੈਨੂੰ ਤੇ 2-4-10 ਮੋਹਰਾਂ ਤੁਸੀਂ ਦੇ ਦਿਓ, ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਜਾਏਗਾ, ਮੈਂ ਬਹੁਤਾ ਧਨ ਲੈ ਕੇ ਕੀ ਕਰਨਾ। ਕਹਿਣ ਲੱਗੇ, ਨਹੀਂ ਕਵੀ ਹੰਸ ਰਾਮ ਜੀ, ਤੁਸੀਂ ਗੁਰੂ ਨੂੰ ਪ੍ਰਸੰਨ ਕੀਤਾ, ਬਹੁਤ ਸੋਹਣੇ ਢੰਗ ਦੇ ਨਾਲ ਕਵਿਤਾ ਨੂੰ ਗਾਇਨ ਕੀਤਾ ਹੈ, ਔਰ ਤੁਹਾਡੇ ਤੇ ਸਾਡੀ ਖੁਸ਼ੀ ਹੈ, ਅਸੀਂ ਆਪਣੇ ਵੱਲੋਂ ਤੁਹਾਨੂੰ ਇਹ ਧਨ ਦੇਣਾ ਚਾਹੁੰਦੇ ਹਾਂ। ਔਰ ਕਹਿੰਦੇ ਗੁਰੂ ਸਾਹਿਬ ਜੀ ਨੇ ਖੱਚਰਾਂ ਤਿਆਰ ਕਰਵਾ ਕੇ ਖੱਚਰਾਂ ਦੇ ਉੱਤੇ ਖਜ਼ਾਨਾ ਲੱਦ ਦਿੱਤਾ, ਇੱਕ ਹਾਥੀ ਮੰਗਵਾਇਆ, ਉਸ ਹਾਥੀ ਦੇ ਉੱਤੇ ਇਸ ਕਵੀ ਹੰਸ ਰਾਮ ਨੂੰ ਬਿਠਾਇਆ, ਨਾਲ ਖੱਚਰਾਂ ਦੇ ਉੱਤੇ ਖਜ਼ਾਨਾ ਲੱਦ ਦਿੱਤਾ, ਨਾਲ 11 ਘੋੜਸਵਾਰ ਭੇਜੇ ਕਿ ਜਾਓ ਇਹਦੇ ਘਰ ਤੱਕ ਛੱਡ ਕੇ ਆਓ। ਔਰ ਰਸਤੇ ਦੇ ਵਿੱਚ ਜਾ ਰਿਹਾ ਬੜੀ ਸ਼ਾਨ ਦੇ ਨਾਲ, ਹਾਥੀ ਦੇ ਉੱਤੇ ਬੈਠਾ ਹੈ, ਖੱਚਰਾਂ ਤੇ ਖਜ਼ਾਨਾ ਲੱਦਿਆ, ਨਾਲ ਘੋੜਸਵਾਰ ਸਿੱਖ ਜਾ ਰਹੇ ਨੇ। ਰਸਤੇ ਦੇ ਵਿੱਚ ਕਟੌਚ ਦਾ ਰਾਜਾ ਕਿਰਪਾਲ ਚੰਦ ਮਿਲਿਆ, ਉਹਨੇ ਵੇਖਿਆ ਕੋਈ ਰਾਜਾ ਆ ਰਿਹਾ, ਉਹਨੇ ਆਪਣੇ ਘੋੜੇ ਤੋਂ ਉਤਰ ਕੇ ਸਨਮਾਨ ਕੀਤਾ, ਕਹਿਣ ਲੱਗਾ, ਤੁਸੀਂ ਕੋਈ ਰਾਜਾ ਹੋ? ਕਿਸ ਰਿਆਸਤ ਦੇ ਰਾਜੇ? ਮੈਂ ਤੁਹਾਨੂੰ ਨਹੀਂ ਜਾਣਦਾ, ਪਰ ਮੇਰਾ ਸਤਿਕਾਰ ਕਰਨਾ ਬਣਦਾ, ਤੁਸੀਂ ਮੇਰੇ ਰਾਜ ਦੇ ਵਿੱਚੋਂ ਲੰਘ ਰਹੇ ਹੋ। ਔਰ ਹੱਥ ਜੋੜ ਕੇ ਘੋੜੇ ਤੇ ਬੈਠਾ ਕਵੀ ਹੰਸ ਰਾਮ ਕਹਿੰਦਾ, ਨਹੀਂ ਮੈਂ ਕੋਈ ਰਾਜਾ ਨਹੀਂ। ਕਹਿਣ ਲੱਗੇ, ਤੁਸੀਂ ਹਾਥੀ ਤੇ ਸਵਾਰ ਹੋ, ਤੁਹਾਡੀ ਖੱਚਰਾਂ ਦੇ ਉੱਤੇ ਖਜ਼ਾਨਾ ਲੱਦਿਆ, ਤੁਹਾਡੇ ਨਾਲ ਘੁੜਸਵਾਰ ਨੇ, ਤੁਹਾਡੀ ਸ਼ਾਨ ਬਾਨ ਰਾਜਿਆਂ ਵਰਗੀ ਹੈ, ਔਰ ਤੁਸੀਂ ਕਹਿੰਦੇ ਰਾਜਾ ਨਹੀਂ। ਜੇ ਤੁਸੀਂ ਰਾਜੇ ਨਹੀਂ ਤੇ ਕੌਣ ਹੋ? ਉਸ ਵੇਲੇ ਕਵੀ ਹੰਸ ਰਾਮ ਜੀ ਦੀ ਅੱਖਾਂ ਵਿੱਚ ਪਾਣੀ ਆ ਗਿਆ ਤੇ ਕਹਿਣ ਲੱਗਾ, ਮੈਂ ਕੋਈ ਰਾਜਾ ਨਹੀਂ, ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਉਹਦੇ ਦਰ ਦਾ ਮੰਗਤਾ ਹਾਂ।
ਔਰ ਜਦੋਂ ਇਹ ਗੱਲ ਕਹੀ ਮੈਂ ਮੰਗਤਾ, ਉਹਦੇ ਅੰਦਰ ਭਾਵਨਾ ਬਣੀ ਕਿ ਜਿਸ ਗੁਰੂ ਦੇ ਮੰਗਤੇ ਹਾਥੀਆਂ ਤੇ ਸਵਾਰ ਹੋ ਕੇ ਖੱਚਰਾਂ ਤੇ ਖਜ਼ਾਨਾ ਲੱਦ ਕੇ ਲੈ ਜਾਂਦੇ ਆ, ਉਹ ਗੁਰੂ ਕਿੰਨਾ ਕੁ ਵੱਡਾ ਦਾਤਾ ਹੋਏਗਾ। ਔਰ ਕਹਿੰਦੇ ਫਿਰ ਉਹ ਗੁਰੂ ਦੇ ਦਰ ਤੇ ਆ ਕੇ ਉਹ ਗੁਰੂ ਦੇ ਦਰਸ਼ਨ ਕਰਕੇ ਗਿਆ। ਉਹ ਗੁਰੂ ਗਰੀਬਾਂ ਨੂੰ ਨਵਾਜਣ ਵਾਲਾ ਹੈ, ਦੀਨ ਦਿਆਲ ਕਿਰਪਾਲ ਸੁਖ ਸਾਗਰ। ਕਿਰਪਾ ਦਾ ਖਜ਼ਾਨਾ ਹੈ, ਸੁੱਖਾਂ ਦਾ ਸਾਗਰ ਹੈ। ਗੁਰੂ ਜੇ ਤੇ ਰਹਿਮਤ ਕਰੇ ਝੋਲੀਆਂ ਸੁੱਖਾਂ ਦੇ ਨਾਲ ਭਰ ਜਾਂਦਾ। ਅੱਜ ਦੁਨੀਆ ਦੇ ਹਾਲਾਤ, ਸਾਡੇ ਹਾਲਾਤ ਐਸੇ ਬਣ ਗਏ ਨੇ, ਤਕਰੀਬਨ ਹਰ ਇਨਸਾਨ ਕਿਸੇ ਨਾ ਕਿਸੇ ਗੱਲੋਂ ਦੁਖੀ ਹੈ। ਔਰ ਸੁੱਖ ਵਾਸਤੇ ਉਹ ਗੁਰੂ ਦੇ ਦਰ ਨੂੰ ਛੱਡ ਕੇ ਸਾਡੇ ਵਿੱਚੋਂ ਬਹੁਤਾਤ ਉਹਨਾਂ ਦੀ ਹੈ ਜਿਹੜੇ ਅਸੀਂ ਥਾਂ ਥਾਂ ਤੇ ਭਟਕਦੇ ਫਿਰਦੇ ਹਾਂ। ਅਸੀਂ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸਮਝ ਨਹੀਂ ਸਕੇ। ਦਾਤਾ ਕਿੰਨਾ ਕੁ ਵੱਡਾ ਦਾਤਾ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਸਾਰੀ ਦੁਨੀਆ ਨੂੰ ਦਾਤਾਂ ਦੇਣ ਵਾਲਾ, ਕਿਰਪਾ ਦਾ ਖਜ਼ਾਨਾ ਹੈ, ਸੁੱਖਾਂ ਦਾ ਸਾਗਰ ਹੈ। ਪਰ ਅਸੀਂ ਫਿਰ ਵੀ ਥਾਂ ਥਾਂ ਤੇ ਜਾ ਕੇ ਭਟਕਦੇ ਫਿਰਦੇ ਹਾਂ, ਨੱਕ ਰਗੜਦੇ ਫਿਰਦੇ ਹਾਂ। ਸਾਡੀ ਹਾਲਾਤ ਕਿਸ ਤਰ੍ਹਾਂ ਦੇ ਬਣ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਇਨਸਾਨ ਜਿਹੜਾ ਭਟਕ ਗਿਆ, ਗੁਰੂ ਦੇ ਦਰ ਤੇ ਵਿਸ਼ਵਾਸ ਨਾ ਕਰਕੇ ਥਾਂ ਥਾਂ ਤੇ ਭਟਕਦਾ ਫਿਰਦਾ, ਕਹਿੰਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਬਣ ਗਈ ਹੈ ਜਿਸ ਤਰ੍ਹਾਂ ਇੱਕ ਕੂਕਰ ਦੀ ਹਾਲਤ ਹੈ। ਇੱਕ ਫਾਲਤੂ ਕੁੱਤਾ ਜਿਹੜਾ ਗਲੀਆਂ ਦੇ ਵਿੱਚ ਫਿਰਦਾ ਨਾ, ਉਹਦਾ ਸੁਭਾਅ ਇੱਕ ਘਰ ਵਿੱਚ ਜਾਏਗਾ, ਜਾ ਕੇ ਬਰਤਨਾਂ ਦੇ ਵਿੱਚ ਮੂੰਹ ਪਾਏਗਾ, ਘਰ ਵਾਲੇ ਨੇ ਚੁੱਕ ਕੇ ਸੋਟਾ ਮਾਰਿਆ, ਉੱਥੋਂ ਨਿਕਲ ਗਿਆ, ਦੂਜੇ ਦੇ ਘਰ ਵਿੱਚ ਗਿਆ, ਉੱਥੇ ਜਾ ਕੇ ਮੂੰਹ ਪਾਇਆ, ਉਹਨੇ ਝਿੜਕ ਕੇ ਕੱਢ ਦਿੱਤਾ, ਤੀਸਰੇ ਦੇ ਘਰ ਵਿੱਚ ਗਿਆ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ, ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ। ਇਨਸਾਨ ਸੁੱਖਾਂ ਦੀ ਭਾਲ ਦੇ ਵਿੱਚ ਕਈ ਵਾਰ ਬਹੁਤਾ ਦੁਖੀ ਹੋ ਜਾਂਦਾ। ਆਪਣੇ ਘਰੋਂ ਗਿਆ ਸੀ ਦੁਖੀ ਹੋ ਕੇ, ਪਰ ਇਹਦੀ ਪਹਿਲੀ ਗਲਤੀ ਕੀਤੀ, ਆਪਣੇ ਗੁਰੂ ਨੂੰ ਛੱਡ ਕੇ, ਗੁਰੂ ਦੇ ਦਵਾਰ ਨੂੰ ਛੱਡ ਕੇ ਅਨਮਤੀਆਂ ਦੇ ਜਾ ਕੇ ਭਟਕਦਾ ਫਿਰਦਾ, ਥਾਂ ਥਾਂ ਤੇ ਜਾ ਕੇ ਕਬਰਾਂ ਤੇ ਨੱਕ ਰਗੜਦਾ ਫਿਰਦਾ ਹੈ। ਮੈਨੂੰ ਸੁੱਖ ਮਿਲ ਜਾਏ। ਪਾਤਸ਼ਾਹ ਜੀ ਕਹਿੰਦੇ ਦੀ ਹਾਲਤ ਇਸ ਤਰ੍ਹਾਂ ਹੋ ਜਾਏਗੀ ਜਿਸ ਤਰ੍ਹਾਂ ਕਿ ਫਾਲਤੂ ਕੁੱਤਾ ਇੱਕ ਘਰ ਦੇ ਵਿੱਚ ਗਿਆ, ਉੱਥੋਂ ਠੋਕਰ ਖਾਧੀ, ਦੂਜੇ ਘਰ ਵਿੱਚ ਗਿਆ, ਤੀਜੇ ਘਰ ਵਿੱਚ ਗਿਆ ਤੇ ਸੁੱਖ ਦੀ ਭਾਲ ਵਿੱਚ ਸੀ, ਪਰ ਹੋਰ ਬਹੁਤ ਸਾਰੇ ਦੁੱਖ ਇਹਨੇ ਆਪਣੇ ਪੱਲੇ ਬੰਨ੍ਹ ਲਏ। ਇਹ ਦੁੱਖਾਂ ਦੇ ਵਿੱਚ ਗ੍ਰਸਤ ਹੋ ਗਿਆ, ਸੁੱਖ ਨਾ ਮਿਲਿਆ। ਕਿਉਂਕਿ ਸੁੱਖ ਮਿਲਣਾ ਸੀ ਪਰਮੇਸ਼ਰ ਦੇ ਦਰ ਦੇ ਉੱਤੇ ਆ ਕੇ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ, ਨੌਵੇਂ ਪਾਤਸ਼ਾਹ ਜੀ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਹੇ ਇਨਸਾਨ, ਜੇ ਤੂੰ ਚਾਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਸਦੀਵ ਕਾਲ ਵਾਸਤੇ ਸੁੱਖ ਆ ਜਾਏ, ਤੇ ਕਹਿੰਦੇ ਪਰਮੇਸ਼ਰ ਦੇ ਚਰਨਾਂ ਦਾ ਓੜ ਤੇ ਆਸਰਾ ਤੱਕ ਲੈ। ਪਰਮੇਸ਼ਰ ਦੇ ਚਰਨਾਂ ਦੇ ਉੱਤੇ ਆ ਕੇ ਆਸਰਾ ਤੱਕ ਕੇ ਗੁਰੂ ਦੇ ਚਰਨਾਂ ਤੇ ਢਹਿ ਪਓ, ਨਿਮਾਣਾ ਬਣ ਕੇ ਅਰਦਾਸ ਕਰ, ਗੁਰੂ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਦੇ ਦੇਗਾ, ਦੁੱਖਾਂ ਲਈ ਥਾਂ ਨਹੀਂ ਰਹੇਗਾ, ਝੋਲੀਆਂ ਤੇਰੀਆਂ ਰਹਿਮਤਾਂ ਦੇ ਨਾਲ ਭਰ ਦੇਗਾ। ਪਰ ਗੁਰੂ ਤੇ ਵਿਸ਼ਵਾਸ ਤੇ ਕਰ। ਅਸੀਂ ਗੁਰੂ ਦੇ ਦਰ ਤੇ ਆਉਨੇ ਆ, 2 4 6 ਮਹੀਨੇ ਤੱਕ ਗਏ, ਸਾਡਾ ਮਨ ਟੁੱਟ ਜਾਂਦਾ ਸੀ, ਕਹਿੰਦੇ ਗੁਰੂ ਦੇ ਦਰ ਤੇ ਗਏ ਸਾਂ, ਇੰਨਾ ਚਿਰ ਮੱਥਾ ਟੇਕਿਆ ਪਰ ਹਾਸਲ ਕੁਝ ਨਹੀਂ ਹੋਇਆ। ਫਿਰ ਅਸੀਂ ਕੀ ਕਰਦੇ, ਗੁਰੂ ਦਾ ਦਰ ਛੱਡ ਕੇ ਤੇ ਹੋਰ ਦਰਾਂ ਤੇ ਜਾ ਕੇ ਭਟਕਣ ਲੱਗ ਪੈਂਦੇ ਆ। ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਸੁੱਖਾਂ ਦਾ ਸਾਗਰ ਹੈ, ਕਿਰਪਾ ਦਾ ਘਰ ਹੈ, ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਭਰਪੂਰੀ ਰੇ। ਸਾਰੇ ਕਾਇਨਾਤ ਦੇ ਵਿੱਚ ਜਿੱਥੋਂ ਤੱਕ ਸਾਡੀ ਨਿਗਾਹ ਵੱਜਦੀ ਹੈ, ਜੋ ਕੁਝ ਵੀ ਸਾਨੂੰ ਨਜ਼ਰ ਆਉਂਦਾ ਹੈ, ਹਰ ਥਾਂ ਤੇ ਉਹ ਪਰਮੇਸ਼ਰ ਮੌਜੂਦ ਹੈ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬੁਨਾ ਕੋ ਬੋਲੇ ਰੇ। ਇੱਕ ਕਲਮਾਟੀ ਕੁੰਚਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਭਰਪੂਰੀ ਰੇ।
ਹਰ ਹਿਰਦੇ ਵਿੱਚ ਹਰ ਥਾਂ ਤੇ ਵਸਦਾ। ਭਾਵੇਂ ਅਸੀਂ ਵਨਸਪਤੀ ਵਿੱਚ ਦੇਖ ਲਈਏ, ਪਹਾੜਾਂ ਵਿੱਚ, ਜੋ ਕੁਝ ਵੀ ਸਾਨੂੰ ਦ੍ਰਿਸ਼ਟਮਾਨ ਦੇ ਵਿੱਚ ਨਜ਼ਰ ਆਉਂਦਾ, ਪਰਮੇਸ਼ਰ ਹਰ ਥਾਂ ਤੇ ਮੌਜੂਦ ਹੈ। ਪਰ ਸਾਡਾ ਵਿਸ਼ਵਾਸ ਨਾ ਬਣਿਆ। ਵੇਖ ਸੁਣਤ ਸਦਾ ਹੈ ਸੰਗੀ, ਮੈਂ ਮੂਰਖ ਜਾਣਿਆ ਦੂਰੀ ਰੇ। ਸਾਡੀ ਮੂਰਖਤਾ ਹੈ, ਰੱਬ ਸਾਡੇ ਅੰਦਰ ਹੈ, ਰੱਬ ਸਾਡੇ ਇਰਦ ਗਿਰਦ ਹਰ ਵੇਲੇ ਸਾਡੇ ਨਾਲ ਹੈ, ਪਰ ਉਸ ਰੱਬ ਨੂੰ ਅਸੀਂ ਪਹਿਚਾਣ ਨਹੀਂ ਸਕੇ। ਦਰ ਦਰ ਦੀਆਂ ਠੋਕਰਾਂ ਖਾਣ ਵਾਸਤੇ ਤੁਰ ਪਏ। ਔਰ ਪਾਤਸ਼ਾਹ ਜੀ ਕਹਿੰਦੇ ਹਰ ਬੇਅੰਤ ਹਉ ਮਿੱਤ ਘਰ ਵਰਨੋ, ਕਿਆ ਜਾਣਾ ਹੋਏ ਕੈਸੋ ਰੇ। ਕਹਿੰਦੇ ਮੇਰਾ ਦਾਤਾ ਬੇਅੰਤ ਹੈ, ਉਹਦੀਆਂ ਵਡਿਆਈਆਂ ਦਾ ਕੋਈ ਪਾਰ ਪਾਰਨਾ ਨਹੀਂ ਪਾ ਸਕਦਾ। ਪਰ ਫਿਰ ਵੀ ਅਸੀਂ, ਸਾਡੀ ਜਿੰਨੀ ਕੁ ਸੀਮਾ ਹੈ, ਜਿੰਨਾ ਕੁ ਸਾਡਾ ਦਾਇਰਾ, ਅਸੀਂ ਉੱਥੋਂ ਤੱਕ ਹੀ ਸੋਚਦੇ ਹਾਂ। ਜਿਸ ਤਰ੍ਹਾਂ ਖੂਹ ਦਾ ਲੱਡੂ ਖੂਹ ਵਿੱਚ ਹੈ ਨਾ, ਉਹਨੂੰ ਪੁੱਛੇ ਦੁਨੀਆ ਕਿੱਡੀ ਕੁ ਵੱਡੀ ਹੈ, ਉਹ ਖੂਹ ਦੇ ਕਿਨਾਰੇ ਤੋਂ ਛਾਲ ਮਾਰ ਕੇ ਦੂਜੀ ਕਿਨਾਰੇ ਤੱਕ ਜਾ ਕੇ ਕਹਿੰਦਾ ਬਸ ਦੁਨੀਆ ਐਡੀ ਵੱਡੀ ਹੈ, ਇਸ ਤੋਂ ਵੱਡੀ ਦੁਨੀਆ ਹੋ ਹੀ ਨਹੀਂ ਸਕਦੀ, ਕਿਉਂਕਿ ਉਹਦਾ ਦਾਇਰਾ ਹੀ ਇੰਨਾ ਹੈ। ਇਸ ਕਰਕੇ ਅਸੀਂ ਜਿੱਥੋਂ ਤੱਕ ਸਾਡਾ ਦਾਇਰਾ, ਉੱਥੋਂ ਤੱਕ ਰੱਬ ਨੂੰ ਮੰਨਦੇ ਆ। ਪਰ ਪਰਮੇਸ਼ਰ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹਰ ਥਾਂ ਤੇ ਮੌਜੂਦ ਹੈ। ਔਰ ਪਾਤਸ਼ਾਹ ਜੀ ਅਖੀਰ ਵਿੱਚ ਬੇਨਤੀ ਕਰਦੇ, ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੁ ਉਪਦੇਸੋ ਰੇ। ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ, ਕਿਤੇ ਨਾਮ ਦਾ ਉਪਦੇਸ਼ ਦੇ ਕੇ ਸਾਡਾ ਪਾਰ ਉਤਾਰਾ ਕਰ। ਅਖੀਰ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਕਹਿੰਦੇ ਮੇਰੇ ਇੱਕ ਮੂਰਖ ਦੇ ਇਨਸਾਨ ਦੀ ਕੀ ਗੱਲ ਹੈ। ਗੁਰੂ ਦੇ ਦਰ ਤੇ ਆ ਕੇ ਕਰੋੜਾਂ ਅਪਰਾਧੀ ਤਰ ਗਏ। ਗੁਰੂ ਦਾ ਦਰ ਇੰਨਾ ਵੱਡਾ ਹੈ, ਇੱਥੇ ਨੀਵਾਂ ਬਣ ਕੇ ਆਵੇ। ਬੇਸ਼ੱਕ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਉਮਤਾਈਆਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਸੀਂ ਪਾਪ ਕੀਤੇ ਨੇ। ਜੇ ਗੁਰੂ ਦੇ ਦਰ ਤੇ ਆ ਕੇ ਝੁਕ ਕੇ ਇੱਕ ਵਾਰ ਗੁਰੂ ਦੇ ਚਰਨਾਂ ਤੇ ਢਹਿ ਕੇ ਤਰਲਾ ਕਰਕੇ, ਹਾੜਾ ਕਰਕੇ ਗੁਰੂ ਨੂੰ ਕਹੀਏ, ਪਾਤਸ਼ਾਹ ਜੀ ਮੈਂ ਭੁੱਲਣਹਾਰ ਹਾਂ, ਆਪ ਅਭੁੱਲ ਹੋ, ਮੇਰੀ ਭੁੱਲ ਨੂੰ ਬਖਸ਼ ਦਿਓ, ਤੇ ਪਾਤਸ਼ਾਹ ਜੀ ਕਹਿੰਦੇ ਤੇਰੇ ਸਾਰੇ ਗੁਨਾਹ ਪਾਤਸ਼ਾਹ ਮਾਫ ਕਰ ਦੇਣਗੇ। ਕਹਿੰਦੇ ਮੇਰੇ ਇਕੱਲੇ ਦੀ ਕੀ ਗੱਲ, ਮੈਂ ਮੂਰਖ ਕੀ ਕੇਤਕ ਬਾਟ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਕਰੋੜਾਂ ਅਪਰਾਧੀ ਗੁਰੂ ਦੇ ਦਰ ਤੇ ਆ ਕੇ ਤਰ ਗਏ। ਔਰ ਅਖੀਰ ਵਿੱਚ ਕਹਿੰਦੇ ਨੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਸਾਹਿਬ ਜੀ ਜਿਸ ਨੇ ਦਰਸ਼ਨ ਕਰ ਲਏ, ਗੁਰੂ ਸਾਹਿਬ ਜੀ ਦੇ ਪਾਵਨ ਬਚਨ ਜਿਸ ਨੇ ਸਰਵਣ ਕਰ ਲਏ, ਕਿਤੇ ਦੁਬਾਰਾ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਇਆ, ਮਾਤਾ ਦੇ ਗਰਭ ਵਿੱਚ ਉਹਨੂੰ ਨਹੀਂ ਆਉਣਾ ਪਿਆ। ਔਰ ਗੁਰੂ ਦੇ ਦਰਸ਼ਨ ਕੀ ਹੈ। ਔਰ ਗੁਰੂ ਨਾਨਕ ਜੀ ਨੇ ਸੁਣਿਆ। ਗੁਰੂ ਨਾਨਕ ਨੂੰ ਕਿਸ ਤਰ੍ਹਾਂ ਸੁਣਿਆ ਜਾਂਦਾ, ਅਸੀਂ ਰੋਜ਼ ਸੁਣਦੇ ਹਾਂ। ਜੇਕਰ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਗੱਲ ਕਰੀਏ, ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਪੜ੍ਹਦੇ ਵੀ ਹੋ ਤੇ ਸੁਣਦੇ ਵੀ ਹੋ। ਉਹ ਕਿਸੇ ਕਵੀ ਦੀ ਰਚਨਾ ਨਹੀਂ, ਗੁਰਮੁਖੋ ਉਹ ਗੁਰੂ ਨਾਨਕ ਦੇ ਬੋਲ ਹਨ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਉਹ ਬਾਣੀ ਹੈ ਜਿਹਨੇ ਸੁਣ ਕੇ ਮੰਨ ਲਈ, ਉਹਦਾ ਪਾਰ ਉਤਾਰਾ ਹੋ ਗਿਆ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ, ਗੁਰ ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ, ਜੋ ਏਕ ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਬਾਣੀ ਦਾ ਬਾਣ ਜਿਸ ਹਿਰਦੇ ਦੇ ਵਿੱਚ ਵੱਜ ਗਿਆ, ਉਹ ਹਿਰਦਾ ਵਿੰਨਿਆ ਗਿਆ, ਉਹ ਗੁਰੂ ਦਾ ਹੋ ਗਿਆ। ਪਰ ਕਬੀਰ ਸਾਹਿਬ ਜੀ ਫਿਰ ਦੂਜੇ ਸ਼ਲੋਕ ਵਿੱਚ ਕਹਿੰਦੇ ਨੇ, ਸਿੱਖਾ ਬਾਣੀ ਅੱਜ ਵੀ ਉਹ ਹੈ ਜਿਹੜਾ ਇੱਕ ਇੱਕ ਸ਼ਬਦ ਸੁਣ ਕੇ ਕਿੰਨੇ ਜੀਵਾਂ ਦਾ ਪਾਰ ਉਤਾਰਾ ਹੋ ਗਿਆ। ਇਤਿਹਾਸ ਪੜ੍ਹ ਕੇ ਵੇਖੀਏ, ਇੱਕ ਸ਼ਬਦ ਜਿੰਨੇ ਸੁਣਿਆ ਉਹ ਗੁਰੂ ਦਾ ਬਣ ਗਿਆ। ਗੁਰੂ ਅੰਗਦ ਸਾਹਿਬ ਜੀ ਦੀ ਗੱਲ ਕਰੀਏ, ਇੱਕ ਸ਼ਬਦ ਭਾਈ ਜੋਧ ਤੋਂ ਸੁਣਿਆ ਸੀ ਤੇ ਸਦਾ ਲਈ ਗੁਰੂ ਦਾ ਬਣ ਗਿਆ, ਤੇ ਗੁਰੂ ਪਦਵੀ ਹਾਸਲ ਕਰਕੇ ਗੁਰਤਾ ਗੱਦੀ ਲੈ ਕੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਗਏ ਸੀ। ਸ਼ਬਦ ਉਹਨਾਂ ਨੇ ਇੱਕ ਸੁਣਿਆ ਸੀ। ਅੱਜ ਸਾਡਾ ਦੁਖਾਂਤ ਹੈ, ਅਸੀਂ ਬਾਣੀ ਪੜ੍ਹੀ ਵੀ ਆਉਨੇ, ਸੁਣੀ ਵੀ ਆਉਨੇ, ਸਾਡੇ ਜੀਵਨ ਦੇ ਵਿੱਚ ਤਬਦੀਲੀ ਨਹੀਂ। ਤੇ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਏ ਫੂਕ।
ਸਾਚਾ ਸਤਿਗੁਰੂ ਇਹਦੇ ਵਿੱਚ ਕੀ ਕਰ ਸਕਦਾ। ਜੇ ਸਿੱਖਾ ਤੇਰੇ ਜੀਵਨ ਦੇ ਵਿੱਚ ਉਣਤਾਈ ਹੈ, ਤੂੰ ਬਾਣੀ ਤੇ ਵਿਸ਼ਵਾਸ ਨਹੀਂ ਕਰਦਾ। ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਮਹਾਂਪੁਰਸ਼ਾਂ ਦੇ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਜਾਂਦਾ ਹੈ। ਹੋਲੇ ਮਹੱਲੇ ਦੇ ਵਿੱਚ ਮਹਾਂਪੁਰਸ਼ਾਂ ਨੇ ਖੰਡੇ ਬਾਟੇ ਦੀ ਪਹੁਲ ਦਾ ਇੰਤਜ਼ਾਮ ਪੰਜ ਪਿਆਰੇ ਬੁਲਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਵਾਇਆ ਸੀ। ਗੁਰਦੁਆਰਾ ਮਾਤਾ ਸਾਹਿਬ ਕੌਰ ਦਿਨੇਸ਼ਪੁਰ ਵਿਖੇ ਕੱਲ ਤੋਂ 3 ਦਿਨਾਂ ਦਾ ਸਮਾਗਮ ਚੱਲ ਰਿਹਾ ਵਿਸਾਖੀ ਪੁਰਬ ਨੂੰ ਸਮਰਪਿਤ। ਔਰ ਮਹਾਂਪੁਰਸ਼ਾਂ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਉੱਥੇ ਵੀ ਅੱਜ ਖੰਡੇ ਬਾਟੇ ਦੀ ਪਹੁਲ ਛਕਾਈ ਜਾਣੀ ਹੈ। ਮਹਾਂਪੁਰਸ਼ਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ, ਪਰ ਫਿਰ ਵੀ ਪਤਾ ਨਹੀਂ ਕੀ ਗੱਲ ਅਸੀਂ ਗੁਰੂ ਦੇ ਖੰਡੇ ਬਾਟੇ ਦੀ ਪਹੁਲ ਛਕਣ ਵਾਸਤੇ ਤਿਆਰ ਨਹੀਂ। ਕਿੰਨੇ ਕੁ ਵੱਡਾ ਇਤਿਹਾਸ ਹੈ ਸਾਡਾ। ਗੁਰੂ ਸਾਹਿਬ ਜੀ ਨੇ ਸਰਬੰਸ ਸਾਡੇ ਉੱਤੋਂ ਲੁਟਾ ਦਿੱਤਾ। ਅਸੀਂ ਨਾ ਬਹੁਤੀ ਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਗੱਲ ਕਰਕੇ ਕਈ ਵਾਰ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਦਿੱਤੀ ਹਿੰਦੂ ਧਰਮ ਵਾਸਤੇ, ਪਰ ਹਿੰਦੂ ਧਰਮ ਜਿਹੜਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਨੂੰ ਭੁੱਲ ਗਿਆ ਹੈ। ਅਸੀਂ ਕਹਿੰਦੇ ਅਕਿਰਤ ਘਾਣਾ ਹੈ, ਕਹਿਣ ਲੱਗੇ ਸੀ ਸੰਗਦੇ ਨਹੀਂ। ਮੈਂ ਕਹਿੰਦਾ ਗੁਰੂ ਦੇ ਸਿੱਖੋ, ਅਸੀਂ ਕਿਸੇ ਦੂਜੇ ਧਰਮ ਵਾਲੇ ਉੱਤੇ ਉਂਗਲੀ ਉਠਾ ਕੇ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਭੁੱਲ ਗਏ ਨੇ, ਇਹ ਅਕਿਰਤ ਘਾਣਾ ਹੈ। ਤੇ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਨੇ ਸਰਬੰਸ ਸਾਡੇ ਵਾਸਤੇ ਲੁਟਾ ਦਿੱਤਾ। ਜੇ ਅਸੀਂ ਵੀ ਗੁਰੂ ਦੇ ਕਹੇ ਤੇ ਨਹੀਂ ਚੱਲਦੇ, ਅਸੀਂ ਖੰਡੇ ਬਾਟੇ ਦੀ ਪਹੁਲ ਨਹੀਂ ਲੈਂਦੇ, ਅੰਮ੍ਰਿਤ ਪਾਨ ਨਹੀਂ ਕਰਦੇ, ਗੁਰੂ ਵਾਲੇ ਨਹੀਂ ਬਣਦੇ, ਤੇ ਫਿਰ ਸਾਡੇ ਤੋਂ ਵੱਡਾ ਕਿਰਤ ਘਾਣ ਕਿਹੜਾ ਹੋ ਸਕਦਾ ਹੈ। ਅਸੀਂ ਕਿਤੇ ਦੂਜੇ ਧਰਮ ਦੇ ਉੱਤੇ ਉਂਗਲੀ ਉਠਾਉਂਦੇ ਆ। ਸੋ ਗੁਰੂ ਵਾਲੇ ਬਣੀਏ, ਖੰਡੇ ਬਾਟੇ ਦੀ ਪਹੁਲ ਲਈਏ, ਬਾਣੀ ਪੜ੍ਹੀਏ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਦੀ ਖਿਮਾ। ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।